ਆਮ ਆਪਾਂ ਦੁਕਾਨਾਂ ਤੇ ਦੇਖਦੇ ਹਾਂ 10 ਤੋਂ 15% ਜਿਹੜਾ ਇਹ ਛੂਟ ਲਿਖੀ ਹੁੰਦੀ ਹੈ, ਤਾਂ ਐਸਾ ਕੀ ਕਾਰਨ ਹੈ ਕਿ ਆਪਾਂ ਨੂੰ 80% ਤੱਕ ਜਿਹੜੀ ਇਸ ਦੁਕਾਨ ਦੇ ਉੱਤੇ ਛੂਟ ਮਿਲਦੀ ਹੈ ਦਵਾਈਆਂ ਤੇ? ਤੁਸੀਂ 80% ਦੀ ਗੱਲ, ਕੋਈ ਦਵਾਈ 90 ਤੋਂ 95% ਤੇ ਵੀ ਚਲੀ ਜਾਂਦੀ ਹੈ। ਇਸ ਦਾ ਸਾਡਾ ਜਿਹੜਾ ਪ੍ਰਿੰਟ ਪ੍ਰਾਈਸ ਹੈ ਉਹ ਸਿਰਫ 20 ਰੁਪਏ ਹੈ। ਬਾਹਰ ਇਹ ਮਿਨੀਮਮ ਤੋਂ ਮਿਨੀਮਮ ਜੇ ਕਿਸੇ ਆਪਾਂ ਬ੍ਰਾਂਡ ਦੀ ਗੱਲ ਕਰੀਏ ਉਹ 200 ਰੁਪਏ ਦਾ ਵੇਚਦਾ ਹੈ, ਔਰ ਇਸ ਦੇ ਵਿੱਚ ਤੇ ਉਸ ਦੇ ਵਿੱਚ 1 ਪੈਸੇ ਦਾ ਵੀ ਫਰਕ ਨਹੀਂ ਹੈ। ਹਾਰਟ ਦਾ ਟੀਕਾ ਹੈ, ਇਹ ਬਹੁਤ ਚੀਜ਼ਾਂ 'ਚ ਯੂਜ਼ ਹੁੰਦਾ ਹੈ। ਹਾਰਟ 'ਚ ਵੀ ਹੁੰਦਾ ਹੈ, ਪ੍ਰੈਗਨੈਂਸੀ 'ਚ ਵੀ ਹੁੰਦਾ ਹੈ, ਜਿਵੇਂ ਪ੍ਰੈਗਨੈਂਟ ਲੇਡੀਜ਼ ਹੁੰਦੀ ਹੈ, ਕਿਸੇ ਦਾ ਬੱਚਾ ਮਤਲਬ ਉਹ ਨਹੀਂ ਹੋ ਰਿਹਾ। ਇਹ ਟੀਕਾ ਬਾਹਰ ਕੋਈ 500 ਕੋਈ 400 ਮਿਨੀਮਮ 400 ਲਗਾ ਕੇ ਚੱਲੋ, 0.6 mg ਹੈ, ਤੇ ਸਾਡਾ ਜਨ ਔਸ਼ਧੀ ਦਾ 198 ਰੁਪਏ ਦਾ ਹੈ। ਜਿਹੜੀ ਆਮ ਪਬਲਿਕ ਹੈ ਉਹ ਇਲਾਜ ਕਿ ਨਹੀਂ ਮਰ ਰਹੀ ਹੈ। ਜਿਹੜਾ ਸਰਕਾਰਾਂ ਨੂੰ ਸੋਚਣਾ ਚਾਹੀਦਾ, ਐਜੂਕੇਸ਼ਨ ਤੇ ਇਲਾਜ ਦਾ ਤਾਂ ਕਮ ਸੇ ਕਮ ਕਰਨਾ ਚਾਹੀਦਾ ਨਾ। ਤੇ ਵੀ ਬਾਜ਼ਾਰ ਦੇ ਨਾਲੋਂ ਘੱਟੋ ਘੱਟ ਵੀ 70-80% ਫਰਕ ਪੈ ਜਾਂਦਾ ਦਵਾਈਆਂ ਦਾ। ਜੇ 100 ਰੁਪਏ ਦਾ ਬਾਹਰ ਪੱਤਾ ਹੈ ਤਾਂ ਇੱਥੇ 20-25 ਰੁਪਈਆਂ ਦਾ ਆਪਾਂ ਨੂੰ ਮਿਲ ਜਾਂਦਾ। 100% 90% ਸਾਲਟ ਸੇਮ ਮਿਲ ਜਾਂਦੇ ਨੇ, ਸੇਮ ਦਵਾਈਆਂ ਮਿਲ ਜਾਂਦੀਆਂ ਇਹਨਾਂ ਤੋਂ। ਤਾਂ ਬਾਈ ਜੀ, ਡਾਕਟਰਾਂ ਵੱਲੋਂ ਪਰਚੀ ਦੇ ਉੱਤੇ ਜਿਹੜਾ ਇਹ ਸਾਲਟ ਨਹੀਂ ਲਿਖਿਆ ਜਾਂਦਾ, ਨਾਮ ਲਿਖਿਆ ਜਾਂਦਾ, ਫਿਰ ਤੁਹਾਨੂੰ ਉਸ ਤਰ੍ਹਾਂ ਕਿਵੇਂ ਤੁਹਾਨੂੰ ਪਤਾ ਲੱਗਦਾ ਕਿ ਇਹ ਦਵਾਈ ਉਹ ਹੈ? ਅਸੀਂ ਦਵਾਈ ਦਾ ਬ੍ਰਾਂਡ ਦੇਖਦੇ ਸਾਰੀ ਪਤਾ ਕਰ ਲੈਂਦੇ ਆ ਵੀ ਇਹ ਉਸ ਦੀ ਹੈ। ਜੇ 100 ਦੇ ਵਿੱਚੋਂ 5-10% ਨਹੀਂ ਆਂਦਾ, ਉਹ ਅਸੀਂ ਇੱਕ ਸੌਫਟਵੇਅਰ ਹੈਗਾ ਉਸ 'ਤੇ ਉਹਦਾ ਬ੍ਰਾਂਡ ਪਾਉਂਦੇ ਹਾਂ, ਤਾਂ ਉਹਦਾ ਸਾਲਟ ਦਾ। ਸਾਡਾ ਇੱਕ ਮੇਰੋਪੈਨਮ ਇੰਜੈਕਸ਼ਨ ਹੈ, ਠੀਕ ਹੈ, ਉਹ ਸਾਡਾ 236 ਰੁਪਏ ਦਾ ਹੈ। ਬਾਹਰ ਉਹ ਇੰਜੈਕਸ਼ਨ 1500 ਦਾ ਵੀ ਵਿਕ ਰਿਹਾ, 1800 ਦਾ ਵੀ ਵਿਕ ਰਿਹਾ, 2500 ਦਾ ਵੀ ਵਿਕ ਰਿਹਾ, ਠੀਕ ਹੈ। ਮਿਨੀਮਮ ਜੇ ਆਪਾਂ ਉਸਦਾ ਰੇਟ ਕੋਟ ਕਰੀਏ, ਜੇ ਕੋਈ ਵੇਚ ਰਿਹਾ ਉਸ ਦੀ MRP 500 ਜਾਂ 400 ਰੁਪਏ MRP ਮਿਨੀਮਮ। ਵੱਧ ਤੋਂ ਵੱਧ ਉਹਦੀ MRP 3000 ਰੁਪਏ ਤੱਕ ਵੀ ਹੈ। ਵੱਡੇ ਹਸਪੀਟਲਾਂ 'ਚੋਂ 3000 ਦਾ ਵੀ ਵਿਕ ਰਿਹਾ। ਕੁਝ ਸਾਡੇ 1100 ਪ੍ਰੋਡਕਟ ਜਨ ਔਸ਼ਧੀ ਦਾ ਆ ਚੁੱਕਿਆ। ਟੋਟਲ ਮਿਲਾ ਕੇ 3400 ਪ੍ਰੋਡਕਟ ਹੈ, ਠੀਕ ਹੈ। ਕੁਝ ਪ੍ਰੋਡਕਟ ਰਹਿ ਗਿਆ, ਬੜੀ ਅਚੀਵਮੈਂਟ ਕੀਤੀ ਹੈ। ਐਕਚੁਅਲੀ ਦੁਨੀਆ ਇਸ ਬਾਰੇ ਅਵੇਅਰ ਹੀ ਨਹੀਂ ਜਨ ਔਸ਼ਧੀ ਹੈ ਕਿਆ। ਅੱਜ ਵੀ 90% ਲੋਕਾਂ ਨੂੰ ਨਹੀਂ ਪਤਾ ਵੀ ਜੈਨਰਿਕ ਮੈਡੀਸਨ ਜਾਂ ਉਸ ਦੇ ਵਿੱਚ ਕੀ ਫਰਕ ਹੈ। ਜਿਹੜਾ ਉਰੇ ਇਹ ਮੋਦੀ ਸਾਹਿਬ ਨੇ ਕੀਤਾ, ਬੜਾ ਚੰਗਾ ਕੰਮ ਕੀਤਾ ਜੀ। ਜਿਹੜਾ ਚੰਗਾ ਕੰਮ ਕੀਤਾ ਉਹਨੂੰ ਚੰਗਾ ਕਹਾਂਗੇ, ਜਿਹੜੇ ਮਾੜੇ ਕੰਮ ਨੇ ਉਹਨੂੰ ਮਾੜਾ ਕਹਾਂਗੇ। ਜਿਹੜਾ ਇਹ ਚੰਗਾ ਕੰਮ ਹੈ, ਬਹੁਤ ਵਧੀਆ ਕੰਮ ਹੈ ਜੀ। ਕੱਲ ਮੇਰੇ ਕੋਲ ਇੱਕ ਬੰਦਾ ਆਇਆ, ਬੜਾ ਦੁੱਖ ਹੋਇਆ। ਇੱਕ ਇੰਜੈਕਸ਼ਨ ਸੀਗਾ ਸਾਡਾ 11 ਰੁਪਏ ਦਾ ਸੀਗਾ, ਤੇ ਉਹਨੂੰ ਮੋੜਤਾ। ਉਹ ਸਾਲਟ ਨੇਮ ਲਿਖਿਆ ਹੋਇਆ ਸੀ, ਲਿਖਿਆ ਸਾਲਟ ਨੇਮ ਹੋਇਆ ਸੀਗਾ, ਔਰ ਉਹਨੂੰ ਕਹਿ ਦਿੱਤਾ ਗਿਆ ਵੀ ਇਹ ਉਹ ਇੰਜੈਕਸ਼ਨ ਨਹੀਂ ਹੈ। ਉਹ ਵਿਚਾਰਾ ਗਰੀਬ ਆਇਆ, ਉਹ ਕਹਿੰਦਾ ਜੀ ਇਹ ਉਹ ਇੰਜੈਕਸ਼ਨ ਨਹੀਂ ਹੈ। ਅਸੀਂ ਹੁਣ ਉਹਨੂੰ ਕੀ ਸਮਝਾਈਏ? ਜਿਹੜਾ ਜੇ ਤਾਂ ਪੜ੍ਹਿਆ ਹੁੰਦਾ ਉਹਨੂੰ ਸਮਝਾਉਂਦੇ ਵੀ ਦੇਖ ਸਪੈਲਿੰਗ ਮਿਲਾ ਇੱਕੋ ਚੀਜ਼ ਹੈ, ਤੇ ਉਹ ਕਹਿੰਦਾ ਜੀ ਉਹੀ ਦੇ ਦਿਓ ਜਿਹੜੇ ਡਾਕਟਰ ਸਾਹਿਬ ਨੇ ਕਿਹਾ। ਹੁਣ ਉਹੀ ਕਿਹੜੇ ਦੇ ਦਈਏ ਅਸੀਂ ਉਹਨੂੰ ਮੋੜਤਾ। ਉਹ ਘੁੰਮ ਫਿਰ ਕੇ ਫੇਰ ਆ ਗਿਆ, ਕਹਿੰਦਾ ਜੀ ਬਾਹਰੋਂ ਤਾਂ ਬਹੁਤ ਮਹਿੰਗਾ ਮਿਲਦਾ ਹੈ, ਬਾਹਰੋਂ ਤਾਂ 134 ਰੁਪਏ ਦੇ 2 ਇੰਜੈਕਸ਼ਨ ਸੀ। ਜਦੋਂ ਆਪਾਂ ਡਾਕਟਰ ਤੋਂ ਕੋਈ ਦਵਾਈ ਲੈਂਦੇ ਆ, ਡਾਕਟਰ ਲਿਖ ਦਿੰਦੇ ਨੇ, ਤਾਂ ਉਹ ਦਵਾਈ ਜਿਹੜੀ ਉਹਨਾਂ ਦੇ ਹਸਪੀਟਲ ਤੋਂ ਹੀ ਮਿਲਦੀ ਹੈ, ਬਾਹਰ ਉਹ ਮਿਲਦੀ ਨਹੀਂ। ਮੈਕਸਿਮਮ ਡਾਕਟਰਾਂ ਦੀ ਪਰਚੀ ਐਸੀ ਆਉਂਦੀ ਹੈ ਵੀ ਜਿਹੜੀ ਪੜ੍ਹੀ ਨਹੀਂ ਜਾਂਦੀ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਤੇ ਮੈਂ ਹਾਂ ਰਣਦੀਪ ਸਿੰਘ। ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਰਹੇ ਹੋ। ਤਸਵੀਰਾਂ ਦੇ ਵਿੱਚ ਇੱਕ ਦਵਾਈਆਂ ਦੀ ਦੁਕਾਨ ਹੈ, ਤਾਂ ਜਿੱਥੇ ਲਿਖਿਆ ਹੋਇਆ ਹੈ ਕਿ 80% ਦੀ ਜਿਹੜੀ ਹੈ ਉਹ ਘੱਟ ਤੋਂ ਘੱਟ ਕੀਮਤ, ਜਾਣੀ ਕਿ ਡਿਸਕਾਊਂਟ ਹੈ, 80% ਦਵਾਈਆਂ 'ਤੇ ਛੂਟ ਮਿਲ ਰਹੀ ਹੈ। ਭਾਰਤੀ ਜਨ ਔਸ਼ਧੀ ਕੇਂਦਰ, ਇਹ ਦਵਾਈਆਂ ਦੀਆਂ ਦੁਕਾਨਾਂ ਅਕਸਰ ਆਪਾਂ ਦੇਖਦੇ ਜਾ ਰਹੇ ਹਾਂ, ਲਗਾਤਾਰ ਖੁੱਲ੍ਹ ਰਹੀਆਂ ਨੇ। ਤਾਂ ਕਾਰਨ ਕੀ ਹੈ, ਕਿਉਂ 80% ਤੱਕ ਛੂਟ ਮਿਲਦੀ ਹੈ ਦਵਾਈਆਂ 'ਤੇ? ਆਮ ਆਪਾਂ ਦੇਖਦੇ ਹਾਂ 10 ਤੋਂ ਲੈ ਕੇ 15% ਦੀ ਜਿਹੜੀ ਹੈ ਛੂਟ ਹੁੰਦੀ ਹੈ ਦਵਾਈਆਂ 'ਤੇ, ਤਾਂ ਇੱਥੇ 80% ਕਿਉਂ ਹੁੰਦੀ ਹੈ? ਤਾਂ ਗੱਲਬਾਤ ਕਰਾਂਗੇ ਦੁਕਾਨਦਾਰ ਦੇ ਨਾਲ। ਹਾਂਜੀ ਬਾਈ ਜੀ, ਕੀ ਨਾਮ ਹੈ ਜੀ ਆਪਣਾ? ਮੇਰਾ ਰਾਜੇਸ਼ ਲੱਕੀ ਜੀ। ਰਜੇਸ਼ ਜੀ, ਇੱਕ ਤੁਹਾਡੇ ਦੁਕਾਨ ਦੇ ਬਾਹਰ ਬੋਰਡ ਲੱਗਿਆ ਹੋਇਆ ਹੈ ਕਿ 80% ਤੱਕ ਦੀ ਜਿਹੜੀ ਹੈ ਦਵਾਈਆਂ ਦੇ ਉੱਤੇ ਡਿਸਕਾਊਂਟ ਹੈ। ਆਮ ਆਪਾਂ ਦੁਕਾਨਾਂ ਤੇ ਦੇਖਦੇ ਹਾਂ 10 ਤੋਂ 15% ਜਿਹੜਾ ਇਹ ਛੂਟ ਲਿਖੀ ਹੁੰਦੀ ਹੈ, ਤਾਂ ਐਸਾ ਕੀ ਕਾਰਨ ਹੈ ਕਿ ਆਪਾਂ ਨੂੰ 80% ਤੱਕ ਜਿਹੜੀ ਇਸ ਦੁਕਾਨ ਦੇ ਉੱਤੇ ਛੂਟ ਮਿਲਦੀ ਹੈ ਦਵਾਈਆਂ 'ਤੇ? ਸਰ ਇਹ ਕੁਛ ਨਹੀਂ ਹੈ, ਇਹ ਇੱਕ ਮੈਡੀਸਨ ਮਾਫੀਆ ਬਣਿਆ ਹੋਇਆ ਹੈ, ਜੋ ਇਹਦਾ ਬਹੁਤ ਬੜਾ ਸਰਕਲ ਹੈ। ਅੱਜ ਤੋਂ 8-10 ਸਾਲ ਪਹਿਲਾਂ ਇੱਕ ਵਾਰ ਅਮੀਰ ਖਾਨ ਨੇ ਸੱਤੇ ਮੇਂ ਜੈਤੇ ਦੇ ਵਿੱਚ ਡਿਫਰੈਂਸ ਦੱਸਿਆ ਸੀ ਵੀ ਆਹ ਦਵਾਈਆਂ ਤੇ ਜਿਹੜੀਆਂ ਮਾਰਕੀਟ 'ਚ ਦਵਾਈਆਂ ਵਿਕ ਰਹੀਆਂ ਉਹਨਾਂ ਦੇ ਵਿੱਚ ਕੋਈ ਵੀ ਫਰਕ ਨਹੀਂ ਹੈ। ਜੈਨਰਿਕ ਮੈਡੀਸਨ ਉਸ ਨੂੰ ਕਹਿੰਦੇ ਆ ਜਿਸ ਦਾ ਕੋਈ ਨਾਮ ਨਹੀਂ ਹੈ। ਬ੍ਰਾਂਡ ਆਪਾਂ ਉਸ ਨੂੰ ਕਹਿੰਦੇ ਆ ਵੀ ਕਿਸੇ ਨੂੰ ਨਾਮ ਦੇਤਾ, ਸਪੋਜ਼ ਕਰੋ ਰਾਜੇਸ਼ ਨਾਮ ਦੇਤਾ, ਉਹ ਬ੍ਰਾਂਡ ਬਣ ਗਿਆ। ਜਿਸ ਦਾ ਕੋਈ ਨਾਮ ਨਹੀਂ ਹੈ ਉਹ ਜੈਨਰਿਕ ਹੈ। ਬਸ ਸਾਡੀ ਦਵਾਈ ਦੇ ਉੱਪਰ ਕੋਈ ਵੀ ਨਾਮ ਨਹੀਂ ਲਿਖਿਆ ਹੁੰਦਾ, ਸਿਰਫ ਔਰ ਸਿਰਫ ਸਾਲਟ ਲਿਖਿਆ ਹੁੰਦਾ ਹੈ ਜਿਸ ਨੇ ਕੰਮ ਕਰਨਾ ਹੈ। ਦੇਖਿਆ ਜਾਵੇ ਇੰਡੀਆ ਆਲ ਓਵਰ ਵਰਲਡ ਦਵਾਈਆਂ ਦੀ ਸਭ ਤੋਂ ਬੜੀ ਮਾਰਕੀਟ ਹੈ, ਜੋ ਜਿੰਨੀਆਂ ਆਲ ਓਵਰ ਵਰਲਡ ਦਵਾਈਆਂ ਯੂਜ਼ ਹੁੰਦੀਆਂ ਉਸ ਦਾ 30 ਤੋਂ 70% ਇੰਡੀਆ ਬਣਾ ਕੇ ਬਾਹਰ ਭੇਜਦਾ ਹੈ, ਔਰ ਉਹ ਵੀ ਬਿਲਕੁਲ ਲੋ ਰੇਟਾਂ 'ਤੇ। ਆਪਾਂ ਸੋਚ ਵੀ ਨਹੀਂ ਸਕਦੇ। ਜਿਵੇਂ ਮੈਂ ਤੁਹਾਨੂੰ ਦੱਸਾਂਗਾ
ਵੀ ਇਹ ਦਵਾਈ ਦੇ ਵਿੱਚ ਕਿੰਨਾ ਫਰਕ ਹੈ। ਤੁਸੀਂ 80% ਦੀ ਗੱਲ, ਕੋਈ ਦਵਾਈ 90 ਤੋਂ 95% ਤੇ ਵੀ ਚਲੀ ਜਾਂਦੀ ਹੈ। ਕੁਝ ਦਵਾਈਆਂ ਦਾ ਸਾਲਟ ਮਹਿੰਗਾ, ਉਹ 60% 'ਚ ਵੀ ਆ ਜਾਂਦੀ ਹੈ, ਪਰ ਜੇ ਆਪਾਂ ਕੁੱਲ ਮਿਲਾ ਕੇ ਰੇਸ਼ੋ ਦੀ ਗੱਲ ਕਰੀਏ ਤਾਂ 80% ਆ ਕੇ ਭਿੜਦੀ ਹੈ। ਤਾਂ ਬਾਈ ਜੀ ਤੁਸੀਂ ਸਾਨੂੰ ਦਿਖਾ ਸਕਦੇ ਹੋ ਕਿ ਕਿਵੇਂ ਦਵਾਈਆਂ ਦਾ ਕੰਪੈਰੀਜ਼ਨ ਹੈਗਾ? ਬਿਲਕੁਲ, ਜਿਵੇਂ ਸਾਡੇ ਆ ਦੇਖੋ, ਇਹ ਟੈਲਮੀ ਸਾਟਨ ਸਾਲਟ ਹੈ ਜੀ 40, ਇਹ ਬੀਪੀ ਦੇ ਵਿੱਚ ਚੱਲਦਾ ਹੈ। ਆਪਾਂ ਅਗਰ ਇਹਦਾ ਕੋਈ ਬ੍ਰਾਂਡ ਨੇਮ ਲੈ ਦਾਂਗੇ ਤਾਂ ਇਸ ਦਾ ਜਿਹੜਾ MRP ਹੈ ਸਾਡੀ 11 ਰੁਪਏ। ਇਹ 11 ਰੁਪਏ ਦੀ ਇੱਕ ਸਟਿਪ ਹੈ, ਯਾਨੀ 10 ਗੋਲੀਆਂ। ਜੇ ਆਪਾਂ ਇਸ ਨੂੰ ਕੋਈ ਬ੍ਰਾਂਡ ਲਿਖ ਦਾਂਗੇ ਤਾਂ ਇਹੀ 150 ਰੁਪਏ ਦਾ ਹੋ ਜਾਏਗਾ। ਜੇ ਆਪਾਂ ਬਾਹਰ ਗੱਲ ਕਰੀਏ ਤਾਂ ਕਿਸੇ ਦੇ 120 150 ਇਹ ਚੀਜ਼ਾਂ ਲਿਖੀਆਂ ਹੋਈਆਂ ਨੇ, ਠੀਕ ਹੈ। ਸੈਕਿੰਡ ਮੈਂ ਤੁਹਾਨੂੰ ਦਿਖਾ ਰਿਹਾ, ਇਹ ਬੀਪੀ ਦੇ ਵਿੱਚ ਯੂਜ਼ ਹੁੰਦੀ ਹੈ ਸਾਡੀ। ਇੱਕੇ ਲਗਾ ਲਓ ਟੈਮੋਸਿਲਿਨ, ਠੀਕ ਹੈ। ਇਹ ਸਿਰਫ ਸਾਡਾ ਸਾਲਟ ਨੇਮ ਲਿਖਿਆ ਹੋਇਆ। ਅਗਰ ਆਪਾਂ ਇਹੀ ਬ੍ਰਾਂਡ ਦੇ ਵਿੱਚ ਜਾ ਕੇ ਲਵਾਂਗੇ ਇਹ 250 ਰੁਪਏ ਦਾ ਸਟਿਪ ਹੈ। ਇਹ ਕਿਸ ਕੰਮ ਆਉਂਦੀ ਹੈ ਬਾਈ ਜੀ ਇਹ ਸਰ ਇਹ ਬਾਥਰੂਮ ਜਿਨ੍ਹਾਂ ਨੂੰ ਮਤਲਬ ਦੀ ਪ੍ਰੋਬਲਮ ਆਉਂਦੀ ਹੈ ਨਾ ਜੀ, ਇਹ ਉਸ ਕੰਮ ਆਉਂਦੀ ਹੈ ਵੀ ਬਾਥਰੂਮ ਖੁੱਲ੍ਹ ਕੇ ਆਉਣਾ ਸਟਾਰਟ ਹੋ ਜਾਂਦਾ ਹੈ, ਕਿਸੇ ਨੂੰ ਘੱਟ ਆਉਂਦਾ ਹੈ ਬਾਥਰੂਮ, ਉਸ ਚੀਜ਼ ਲਈ ਹੈ। ਇਸ ਦਾ ਸਾਡਾ ਜਿਹੜਾ ਪ੍ਰਿੰਟ ਪ੍ਰਾਈਸ ਹੈ ਉਹ ਸਿਰਫ 20 ਰੁਪਏ ਹੈ। ਬਾਹਰ ਇਹ ਮਿਨੀਮਮ ਤੋਂ ਮਿਨੀਮਮ ਜੇ ਕਿਸੇ ਆਪਾਂ ਬ੍ਰਾਂਡ ਦੀ ਗੱਲ ਕਰੀਏ ਉਹ 200 ਰੁਪਏ ਦਾ ਵੇਚਦਾ ਹੈ, ਔਰ ਇਸ ਦੇ ਵਿੱਚ ਤੇ ਉਸ ਦੇ ਵਿੱਚ 1 ਪੈਸੇ ਦਾ ਵੀ ਫਰਕ ਨਹੀਂ ਹੈ। ਜੇ ਅਸੀਂ ਆਪਣੀ ਜਨੌਸ਼ਧੀ ਦੀ ਦਵਾਈਆਂ ਦੀ ਗੱਲ ਕਰੀਏ, ਜਿਹੜੀ ਬਾਹਰ ਦਵਾਈਆਂ ਵੇਚ ਰਹੇ ਨੇ ਔਰ ਜਿਹੜਿਆਂ ਤੋਂ ਜਨੌਸ਼ਧੀ ਬਣਾ ਰਹੀ ਹੈ ਉਹ ਉਸ ਤੋਂ ਵੱਡੀਆਂ ਕੰਪਨੀਆਂ ਨੇ, ਕਿਉਂਕਿ ਜਨੌਸ਼ਧੀ ਆਲ ਓਵਰ ਇੰਡੀਆ ਦੇ ਵਿੱਚ ਦਵਾਈ ਸਪਲਾਈ ਕਰਦੀ ਹੈ। ਮਤਲਬ ਕਿ ਜਿਹੜਾ ਵੀ ਇਸ ਦੀ ਦਵਾਈ ਬਣਾ ਰਿਹਾ ਹੈ ਉਹ ਘੱਟ ਤੋਂ ਘੱਟ 200-400 ਕਰੋੜ ਰੁਪਏ ਦੀ ਦਵਾਈ ਇੱਕ ਵਾਰ 'ਚ ਬਣਾ ਕੇ ਦੇ ਰਿਹਾ, ਯਾਨੀ ਕਿ ਉਹ ਕੋਈ ਛੋਟੀ ਮੋਟੀ ਕੰਪਨੀ ਨਹੀਂ ਹੈ। ਦੂਜੀ ਗੱਲ, ਇਸ ਸਾਡੇ ਇਹਦੇ ਉੱਪਰ ਹਰ ਪ੍ਰੋਡਕਟ ਦੇ ਉੱਪਰ ਕੌਣ ਇਸ ਨੂੰ ਬਣਾ ਰਿਹਾ ਹੈ, ਕੌਣ ਇਹਨੂੰ ਦੇ ਰਿਹਾ, ਹਰ ਚੀਜ਼ ਲਿਖੀ ਹੋਈ ਹੈ। ਮਤਲਬ ਕਿ ਇਹ ਨਹੀਂ ਹੈ ਵੀ ਇਸ ਦੇ ਉੱਪਰ ਸਿਰਫ ਜਨੌਸ਼ਧੀ ਲਿਖਤਾ ਤੇ ਕੁਝ ਨਹੀਂ ਦਿੱਤਾ। ਇਸ ਨੂੰ ਇਸ ਦੇ ਜੋ ਬਣਾ ਰਿਹਾ ਉਸ ਦਾ ਮਤਲਬ ਕਿ ਕੰਪਨੀ ਦਾ ਨਾਮ ਵੀ ਲਿਖਿਆ ਹੋਇਆ ਬਕਾਇਦਾ। ਇੰਨਾ ਫਰਕ ਹੈ। ਤੁਸੀਂ ਹੋਰ ਮੈਂ ਤੁਹਾਨੂੰ ਦਿਖਾਣਾ ਨਾ, ਇੱਕ ਇਹ ਨੈਕਸੋਪੈਰਿਨ ਹੈ, ਠੀਕ ਹੈ ਜੀ। ਇਹ ਹਾਰਟ ਦਾ ਟੀਕਾ ਹੈ। ਇਹ ਬਹੁਤ ਚੀਜ਼ਾਂ 'ਚ ਯੂਜ਼ ਹੁੰਦਾ ਹੈ, ਹਾਰਟ 'ਚ ਵੀ ਹੁੰਦਾ ਹੈ, ਪ੍ਰੈਗਨੈਂਸੀ 'ਚ ਵੀ ਹੁੰਦਾ, ਜਿਵੇਂ ਪ੍ਰੈਗਨੈਂਟ ਲੇਡੀਜ਼ ਹੁੰਦੀ ਹੈ, ਕਿਸੇ ਦਾ ਬੱਚਾ ਮਤਲਬ ਉਹ ਨਹੀਂ ਹੋ ਰਿਹਾ। ਇਹ ਟੀਕਾ ਬਾਹਰ ਕੋਈ 500 ਕੋਈ 400, ਮਿਨੀਮਮ 400 ਲਗਾ ਕੇ ਚੱਲੋ, 0.6 mg ਹੈ, ਤੇ ਸਾਡਾ ਜਨੌਸ਼ਧੀ ਦਾ 198 ਰੁਪਏ ਦਾ ਹੈ। ਸਿਰਫ 198 ਰੁਪਏ ਦੇ ਵਿੱਚ ਇੰਜੈਕਸ਼ਨ ਹੈ, ਸੇਮ ਉਹੀ ਇੰਜੈਕਸ਼ਨ ਹੈ। ਅਸੀਂ ਸੇਮ ਤਾਂ ਕਹਿੰਦੇ ਆ, ਅਸੀਂ ਬਾਹਰ ਵਾਲੀ ਕੰਪਨੀਆਂ ਤੇ ਕਿਸੇ ਤੇ ਭਰੋਸਾ ਵੀ ਨਹੀਂ ਕਰ ਸਕਦੇ। ਸਾਡੀ ਦਵਾਈ ਦੇ ਉੱਪਰ ਇਹ ਪ੍ਰਧਾਨ ਮੰਤਰੀ ਜਨੌਸ਼ਧੀ ਕੇਂਦਰ ਲਿਖਿਆ ਹੋਇਆ। ਸਭ ਤੋਂ ਬੜੀ ਦੇਖੋ, ਜਿੱਥੇ ਪ੍ਰਧਾਨ ਮੰਤਰੀ ਸਾਹਿਬ ਦਾ ਨਾਮ ਆ ਗਿਆ ਉਸ ਦਵਾਈ ਦੇ ਵਿੱਚ ਕੋਈ ਫਰਕ ਪੈ ਹੀ ਨਹੀਂ ਸਕਦਾ। ਅਗਰ ਉਸ ਦਵਾਈ ਦੇ ਵਿੱਚ ਫਰਕ ਪੈ ਜਾਂਦਾ, ਤੁਸੀਂ ਇਹ ਸਮਝ ਲਓ ਕਿ ਕੀ ਹੋ ਸਕਦਾ ਹੈ। ਸਾਡੇ ਦਰਮਿਆਨ ਦਵਾਈਆਂ ਦੇ ਦਰਮਿਆਨ ਪ੍ਰਧਾਨ ਮੰਤਰੀ ਸਾਹਿਬ ਦਾ ਨਾਮ ਖੜਾ ਹੈ। ਦੂਜੀ ਗੱਲ, ਸਾਡੀ ਦਵਾਈ ਜੋ ਅਸੀਂ ਦੇ ਰਹੇ ਹਾਂ ਉਹੀ MRP ਹੈ। ਇਹ ਨਹੀਂ ਹੈ ਵੀ ਕੋਈ ਉੱਪਰੋਂ ਆ ਗਈ ਅਸੀਂ ਕਿਸੇ ਨਾਲ ਠੱਗੀ ਮਾਰ ਲਾਂਗੇ, ਕਿਸੇ ਨੂੰ 10% ਲੈਸ ਦੇ ਦਾਂਗੇ, ਕਿਸੇ ਨੂੰ 5 ਦੇ ਦਾਂਗੇ ਨਾ। ਜੋ ਪ੍ਰਿੰਟ ਪ੍ਰਾਈਸ ਹੈ ਅਸੀਂ ਉਹੀ ਵੇਚਣਾ ਹੈ। ਤਾਂ ਬਾਈ ਜੀ ਡਾਕਟਰਾਂ ਵੱਲੋਂ ਪਰਚੀ ਦੇ ਉੱਤੇ ਜਿਹੜਾ ਇਹ ਸਾਲਟ ਨਹੀਂ ਲਿਖਿਆ ਜਾਂਦਾ, ਨਾਮ ਲਿਖਿਆ ਜਾਂਦਾ, ਫਿਰ ਤੁਹਾਨੂੰ ਉਸ ਤਰ੍ਹਾਂ ਕਿਵੇਂ ਤੁਹਾਨੂੰ ਪਤਾ ਲੱਗਦਾ ਕਿ ਇਹ ਦਵਾਈ ਉਹ ਹੈ? ਦੇਖੋ, ਸਾਡੇ ਜਿਹੜੇ ਕੋਲ ਲੜਕੇ ਨੇ, ਫਾਰਮਾਸਿਸਟ ਨੇ, ਮੁੰਡੇ ਨੇ, ਬੜੇ ਇੰਟੈਲੀਜੈਂਟ ਨੇ। ਇਹਨਾਂ ਨੂੰ ਸਾਨੂੰ ਤਕਰੀਬਨ 2 ਸਾਲ ਹੋ ਚੁੱਕੇ। ਅਸੀਂ ਦਵਾਈ ਦਾ ਬ੍ਰਾਂਡ ਦੇਖਦੇ ਸਾਰ ਹੀ ਪਤਾ ਕਰ ਲੈਂਦੇ ਹਾਂ ਵੀ ਇਹ ਉਸ ਦੀ ਹੈ। ਜੇ 100 ਦੇ ਵਿੱਚੋਂ 5-10% ਨਹੀਂ ਆਉਂਦਾ, ਉਹ ਅਸੀਂ ਇੱਕ ਸੌਫਟਵੇਅਰ ਹੈਗਾ ਉਸ 'ਤੇ ਉਹਦਾ ਬ੍ਰਾਂਡ ਪਾਉਂਦੇ ਹਾਂ ਤਾਂ ਉਹਦਾ ਸਾਲਟ ਦੱਸ ਦਿੰਦਾ, ਫਿਰ ਉਸ ਤੋਂ ਕੱਢ ਕੇ ਦੇ ਦਿੰਦੇ ਹਾਂ। ਤਾਂ ਬਾਈ ਜੀ ਦਵਾਈਆਂ ਦੇ ਨਾਲ ਹੋਰ ਇਸ ਦੇ ਵਿੱਚ ਕੀ ਆਈਟਮ ਆਉਂਦੇ, ਜਿਵੇਂ ਸਰਜੀਕਲ ਦਾ ਹੁੰਦਾ ਹੈ, ਆਪਰੇਸ਼ਨ ਦਾ ਸਮਾਨ ਹੁੰਦਾ ਹੈ, ਤਾਂ ਹੋਰ ਕੀ ਜਿਹੜੇ ਨੇ ਇੰਜੈਕਸ਼ਨ, ਜਿਵੇਂ ਤੁਸੀਂ ਦੱਸਿਆ ਜਾਂਦਾ ਜੀ, ਕੀ ਜਿਹੜੇ ਉਪਲਬਧ ਹੈ ਆਪਣੇ ਕੋਲ? ਸਰ, ਇੰਜੈਕਸ਼ਨ ਆਉਂਦੇ ਨੇ ਜੀ, ਜਿਵੇਂ ਸਾਡਾ ਇੱਕ ਮੇਰੋਪੈਨਮ ਇੰਜੈਕਸ਼ਨ ਹੈ, ਠੀਕ ਹੈ, ਉਹ ਸਾਡਾ 236 ਰੁਪਏ ਦਾ ਹੈ। ਬਾਹਰ ਉਹ ਇੰਜੈਕਸ਼ਨ 1500 ਦਾ ਵੀ ਵਿਕ ਰਿਹਾ, 1800 ਦਾ ਵੀ ਵਿਕ ਰਿਹਾ, 2500 ਦਾ ਵੀ ਵਿਕ ਰਿਹਾ, ਠੀਕ ਹੈ। ਮਿਨੀਮਮ ਜੇ ਆਪਾਂ ਉਸਦਾ ਰੇਟ ਕੋਟ ਕਰੀਏ, ਜੇ ਕੋਈ ਵੇਚ ਰਿਹਾ ਉਸ ਦੀ MRP 500 ਜਾਂ 400 ਰੁਪਏ ਹੈ। MRP ਮਿਨੀਮਮ, ਵੱਧ ਤੋਂ ਵੱਧ ਉਹਦੀ MRP 3000 ਰੁਪਏ ਤੱਕ ਵੀ ਹੈ। ਵੱਡੇ ਹਸਪੀਟਲਾਂ 'ਚੋਂ 3000 ਦਾ ਵੀ ਵਿਕ ਰਿਹਾ। ਕੋਵਿਡ ਦੇ ਵਿੱਚ ਇਹ ਇੰਜੈਕਸ਼ਨ ਲੱਗਿਆ ਸੀਗਾ, ਬੜੀ ਉਹ ਪਈ ਸੀ, ਪਰ ਉਰੇ ਇਸ ਦਾ ਰੇਟ ਉਹੀ 236 ਰੁਪਏ ਹੀ ਸੀ। ਤਾਂ ਮੇਰਾ ਇਹੀ ਸਵਾਲ ਹੈ ਕਿ ਹੋਰ ਸਰਜੀਕਲ ਦਾ ਵੀ ਸਮਾਨ ਹੈ ਜਿਹੜਾ ਉਹ ਆਪਣੇ ਕੋਲ ਜਨੌਸ਼ਧੀ ਦੇ ਵਿੱਚ ਹੈ? ਬਹੁਤ, ਮੈਂ ਦੱਸਦਾ ਜੀ, ਸਾਡੇ 1100 ਪ੍ਰੋਡਕਟ ਜਨੌਸ਼ਧੀ ਦਾ ਆ ਚੁੱਕਿਆ ਹੈ। ਟੋਟਲ ਮਿਲਾ ਕੇ 3400 ਪ੍ਰੋਡਕਟ ਹੈ, ਠੀਕ ਹੈ। ਕੁਝ ਪ੍ਰੋਡਕਟ ਰਹਿ ਗਿਆ, ਬੜੀ ਅਚੀਵਮੈਂਟ ਕੀਤੀ ਹੈ। ਐਕਚੁਅਲੀ ਦੁਨੀਆ ਇਸ ਬਾਰੇ ਅਵੇਅਰ ਹੀ ਨਹੀਂ ਜਨੌਸ਼ਧੀ ਹੈ ਕਿਆ। ਅੱਜ ਵੀ 90% ਲੋਕਾਂ ਨੂੰ ਨਹੀਂ ਪਤਾ ਵੀ ਜੈਨਰਿਕ ਮੈਡੀਸਨ ਜਾਂ ਉਸ ਦੇ ਵਿੱਚ ਕੀ ਫਰਕ ਹੈ। ਵੀ ਜੈਨਰਿਕ ਮੈਡੀਸਨ ਲੋਕਾਂ ਨੂੰ ਇਹ ਨਹੀਂ ਪਤਾ ਹੈ ਕਿ ਡਾਕਟਰ ਆਪਣੀ ਦੁਕਾਨ ਚਲਾ ਰਹੇ ਨੇ। ਦੁਕਾਨ ਕਿਵੇਂ ਚਲਾ ਰਹੇ ਨੇ? ਉਹ ਸਿਰਫ ਡਾਕਟਰ ਨੇ ਇਹੀ ਕਹਿਣਾ ਹੈ ਵੀ ਇਹ ਤਾਂ ਉਹ ਦਵਾਈ ਨਹੀਂ ਹੈ। ਉਹਨੇ ਇਹ ਨਹੀਂ ਦੱਸਣਾ ਵੀ ਇਹ ਕੰਪਨੀ ਬਦਲ ਕੇ ਦੇਤੀ, ਉਹਨੇ ਇਹ ਕਹਿਣਾ ਇਹ ਦਵਾਈ ਨਹੀਂ ਹੈ। ਮੈਕਸਿਮਮ ਸਾਡੇ ਕੋਲ ਲੋਕ ਐਸੇ ਆਉਂਦੇ ਆ, ਉਹ ਸਾਨੂੰ ਕਹਿੰਦੇ ਆ ਵੀ ਡਾਕਟਰ ਸਾਹਿਬ ਨੇ ਕਿਹਾ ਵੀ ਆਹ ਦਵਾਈ ਨਹੀਂ ਹੈ। ਤਾਂ ਫਿਰ ਅਸੀਂ ਉਹਨੂੰ ਕਹਿੰਦੇ ਆ ਵੀ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ। ਜੇ ਤਾਂ ਹੁੰਦਾ ਪੜ੍ਹਿਆ ਲਿਖਿਆ
ਉਹ ਤਾਂ ਫੋਲੋ ਕਰ ਜਾਂਦਾ ਹੈ। ਜਿੱਥੇ ਗਰੀਬ ਜਨਤਾ ਜਿਨ੍ਹਾਂ ਵਾਸਤੇ ਇਹ ਖੁੱਲ੍ਹ ਹੈਗਾ, ਠੀਕ ਹੈ, ਉਹ ਡਰ ਜਾਂਦੀ ਹੈ। ਪੜ੍ਹਿਆ ਲਿਖਿਆ ਬੰਦਾ ਅੱਜ ਜਿਹੜਾ ਵੈਲ ਐਜੂਕੇਟਿਡ ਹੈ ਉਹ ਸਮਝ ਰਿਹਾ ਹੈ ਵੀ ਇਹ ਕਿਆ ਹੈ, ਪਰ ਜਿਹੜਾ ਗਰੀਬ ਹੈ, ਜਿਹੜਾ ਨਹੀਂ ਪੜ੍ਹਿਆ ਹੋਇਆ ਕਿਸਾਨ ਭਾਈ ਕਹਿ ਲਓ, ਹਾਂਜੀ, ਹੁਣ ਤਾਂ ਪਿੰਡਾਂ ਵਾਲੇ ਵੀ ਬਹੁਤ ਅਵੇਅਰ ਹੋ ਗਏ, ਉਹ ਵਿਚਾਰੇ ਡਰ ਜਾਂਦੇ ਆ। ਉਹ ਕਹਿੰਦੇ ਨਹੀਂ, ਡਾਕਟਰ ਸਾਹਿਬ ਨੇ ਕਿਹਾ ਤਾਂ ਇਹ ਨਹੀਂ। ਡਾਕਟਰ ਸਾਹਿਬ ਆਪਣਾ ਉਹਨਾਂ ਦਾ ਮਤਲਬ ਕਿ ਸਿਸਟਮ ਨਾ ਚਲਾ ਕੇ ਆਪਣਾ ਦਵਾਈਆਂ ਦਾ ਕੰਮ, ਅੱਜ ਕੱਲ੍ਹ ਤਾਂ ਡਾਕਟਰਾਂ ਨੇ ਕੀ ਕੀਤਾ, ਆਪਣੀਆਂ ਦਵਾਈਆਂ ਰੱਖਣ ਲੱਗੇ। ਮੈਂ ਨਹੀਂ ਕਹਿੰਦਾ ਸਾਰੇ ਡਾਕਟਰ ਮਾੜੇ ਹੈ, ਪਰ ਕੁਝ ਡਾਕਟਰ ਐਸੇ ਹੈ। ਹੁਣ ਵੀ ਇਹ ਆਂਦਾ, ਮੈਂ ਕੱਲ ਮੇਰੇ ਕੋਲ ਇੱਕ ਬੰਦਾ ਆਇਆ, ਬੜਾ ਦੁੱਖ ਹੋਇਆ। ਇੱਕ ਇੰਜੈਕਸ਼ਨ ਸੀਗਾ ਸਾਡਾ 11 ਰੁਪਏ ਦਾ ਸੀਗਾ, ਤੇ ਉਹਨੂੰ ਮੋੜਤਾ। ਉਹ ਸੋਲਟ ਨੇਮ ਲਿਖਿਆ ਹੋਇਆ ਸੀ, ਸੋਲਟ ਨੇਮ ਹੋਇਆ ਸੀਗਾ, ਔਰ ਉਹਨੂੰ ਕਹਿ ਦਿੱਤਾ ਗਿਆ ਵੀ ਇਹ ਉਹ ਇੰਜੈਕਸ਼ਨ ਨਹੀਂ ਹੈ। ਉਹ ਵਿਚਾਰਾ ਗਰੀਬ ਆਇਆ, ਉਹ ਕਹਿੰਦਾ ਜੀ ਇਹ ਉਹ ਇੰਜੈਕਸ਼ਨ ਨਹੀਂ ਹੈ। ਅਸੀਂ ਹੁਣ ਉਹਨੂੰ ਕੀ ਸਮਝਾਈਏ? ਜਿਹੜਾ ਜੇ ਤਾਂ ਪੜ੍ਹਿਆ ਹੁੰਦਾ ਉਹਨੂੰ ਸਮਝਾਉਂਦੇ ਵੀ ਦੇਖ ਸਪੈਲਿੰਗ ਮਿਲਾ ਇੱਕੋ ਚੀਜ਼ ਹੈ, ਤੇ ਉਹ ਕਹਿੰਦਾ ਜੀ ਉਹੀ ਦੇ ਦਿਓ ਜਿਹੜੇ ਡਾਕਟਰ ਸਾਹਿਬ ਨੇ ਕਿਹਾ। ਹੁਣ ਉਹੀ ਕਿਹੜੇ ਦੇ ਦਈਏ ਅਸੀਂ ਉਹਨੂੰ ਮੋੜਤਾ। ਉਹ ਘੁੰਮ ਫਿਰ ਕੇ ਫੇਰ ਆ ਗਿਆ, ਕਹਿੰਦਾ ਜੀ ਬਾਹਰੋਂ ਤਾਂ ਬਹੁਤ ਮਹਿੰਗਾ ਮਿਲਦਾ ਹੈ, ਬਾਹਰੋਂ ਤਾਂ 134 ਰੁਪਏ ਦੇ 2 ਇੰਜੈਕਸ਼ਨ ਸੀਗੇ, ਕਿੱਥੇ 22 ਰੁਪਏ, ਕਿੱਥੇ 134 ਰੁਪਏ। ਮਤਲਬ ਕਿਤੇ ਨਾ ਕਿਤੇ ਜਾ ਕੇ ਜਨਤਾ ਹਾਲੇ ਕੁਛ ਅਵੇਅਰ ਨਹੀਂ ਹੈ। ਜਿਵੇਂ ਤੁਸੀਂ ਉਪਰਾਲਾ ਕਰ ਰਹੇ ਹੋ, ਜਨਤਾ ਤੱਕ ਪਹੁੰਚਾਓਗੇ ਤਾਂ ਨੈਚੁਰਲੀ ਹੈ ਕੁਛ ਬੰਦੇ ਦੇਖਣਗੇ, ਉਹਨਾਂ ਨੂੰ ਪਤਾ ਲੱਗੇਗਾ। ਤਾਂ ਮਤਲਬ ਡਾਕਟਰ ਸਾਹਿਬ ਜਿਵੇਂ ਡਾਕਟਰ ਲਿਖਦੇ ਨੇ, ਉਹ ਸੋਲਟ ਕਿਉਂ ਨਹੀਂ ਲਿਖਦੇ? ਕੀ ਕਾਰਨ ਕੀ ਹੈ? ਸਰ ਇਹ ਆਪਣੇ ਦੇਖੋ, ਮੈਂ ਜਿੱਥੇ ਤੱਕ ਮੈਨੂੰ ਹਰਿਆਣੇ ਦਾ ਪਤਾ ਹੈ, ਹਰਿਆਣੇ ਵਿੱਚ ਇਹ ਸਭ ਕੁਝ ਸਿਸਟਮ ਚੱਲਦਾ ਹੈ ਵੀ ਡਾਕਟਰ ਸਾਲਟ ਹੀ ਲਿਖ ਰਹੇ ਨੇ। ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਡਾਕਟਰ ਕਹਿ ਲਓ ਹਾਵੀ ਨੇ ਕੀ ਨੇ ਵੀ ਉਹ ਅੱਜ ਵੀ ਸਾਲਟ, ਉਹਨਾਂ ਨੂੰ ਸਾਲਟ ਮੇਰੇ ਖਿਆਲ 'ਚ ਤਾਂ ਉਹਨਾਂ ਨੂੰ ਸਾਲਟ ਪਤਾ ਹੀ ਨਹੀਂ ਅੱਧਿਆਂ ਨੂੰ। ਕੁਛ ਜਿਹੜੇ ਨਵੇਂ ਉਹ ਆ ਰਹੇ ਆ ਉਹਨਾਂ ਨੂੰ ਸਿਰਫ ਬ੍ਰਾਂਡ ਯਾਦ ਹੁੰਦੇ ਆ, ਸਾਲਟ ਯਾਦ ਹੀ ਨਹੀਂ ਹੁੰਦੇ। ਪਿੱਛੇ ਜੇ ਇੱਕ ਉਹ ਹੋਈ ਸੀ ਮੈਡੀਸਨ ਦੀ ਇਨਕੁਆਇਰੀ ਹੋਈ ਸੀ, ਅੰਦਰ ਉਹਨਾਂ ਨੂੰ ਪੁੱਛਿਆ ਗਿਆ ਵੀ ਇਹ ਉਹਨਾਂ ਨੂੰ ਡਾਕਟਰ ਸਾਹਿਬ ਨੂੰ ਸਾਲਟ ਹੀ ਨਹੀਂ ਪਤਾ ਸੀ ਉਹਦਾ। ਉਹ ਕਹਿੰਦੇ ਮੈਂ ਇੰਨੇ ਸਾਲਟ ਕਿੱਥੋਂ ਯਾਦ ਰੱਖਾਂ। ਤਾਂ ਇੱਕ ਗੱਲ ਇਹ ਵੀ ਦੇਖੀ ਜਾਂਦੀ ਹੈ ਕਿ ਜਦੋਂ ਆਪਾਂ ਡਾਕਟਰ ਤੋਂ ਕੋਈ ਦਵਾਈ ਲੈਂਦੇ ਆ, ਡਾਕਟਰ ਲਿਖ ਦਿੰਦੇ ਨੇ, ਤਾਂ ਉਹ ਦਵਾਈ ਜਿਹੜੀ ਉਹਨਾਂ ਦੇ ਹਸਪੀਟਲ ਤੋਂ ਹੀ ਮਿਲਦੀ ਹੈ, ਬਾਹਰ ਉਹ ਮਿਲਦੀ ਨਹੀਂ। ਨਾ ਅਗਰ ਬਾਹਰ ਚੈੱਕ ਕਰਾਉਂਦੇ ਆ ਤਾਂ ਸਮਝ ਨਹੀਂ ਆਉਂਦੀ। ਤਾਂ ਕੀ ਕਾਰਨ ਹੈ? ਕਹਿੰਦੇ ਨੇ ਕਿ MR ਦੀ ਦਵਾਈ ਲਿਖੀ ਹੋਈ ਹੈ, ਇਹਦਾ ਕੀ ਮਤਲਬ ਕੀ ਹੈ ਜੀ? ਸਰ ਇਹੀ ਫੰਡਾ ਹੈ ਮੇਨ। ਐਕਚੁਅਲੀ ਡਾਕਟਰ ਇੱਕ ਤਾਂ ਆਪਣੀ ਭਾਸ਼ਾ ਉਹ ਲਿਖਦੇ ਆ ਜਿਹੜੀ ਉਸ ਦੇ ਅੰਦਰ ਬੈਠਾ ਹੋਇਆ ਬੰਦਾ ਹੀ ਪੜ੍ਹ ਸਕਦਾ। ਮੈਕਸਿਮਮ ਡਾਕਟਰਾਂ ਦੀ ਪਰਚੀ ਐਸੀ ਆਉਂਦੀ ਹੈ ਵੀ ਜਿਹੜੀ ਪੜ੍ਹੀ ਨਹੀਂ ਜਾਂਦੀ। ਸਾਡੇ ਮੁੰਡੇ ਜਾਂ ਅਸੀਂ ਇੰਨੇ ਟ੍ਰੇਨਡ ਹੋ ਚੁੱਕੇ ਹਾਂ ਵੀ ਰਜਿੰਦਰਾ ਹਸਪੀਟਲ ਵਾਲੇ ਡਾਕਟਰ ਜੇ ਕੁਝ ਲਿਖਦੇ ਆ ਤਾਂ ਅਸੀਂ ਪੜ੍ਹ ਲੈਂਦੇ ਹਾਂ ਉਹਨੂੰ, ਠੀਕ ਹੈ। ਬਾਹਰ ਵਾਲੇ ਡਾਕਟਰਾਂ ਦੀ ਸਾਡੇ ਕੋਲ ਅੱਜ ਵੀ ਨਹੀਂ ਪੜ੍ਹੀ ਜਾਂਦੀਆਂ। ਪਰ ਮੈਂ ਕੁਝ ਵੱਡੇ ਹਸਪੀਟਲਾਂ ਦੀ ਗੱਲ ਕਰ ਲਾਂਗਾ, ਜਿਵੇਂ ਅਮਰ ਹੈ, ਉਹ ਸੋਲਟ ਲਿਖਣ ਲੱਗ ਗਏ ਦਵਾਈਆਂ ਦੇ ਨੀਚੇ। ਇਹ ਬੜੀ ਅੱਛੀ ਗੱਲ ਹੈ, ਬ੍ਰਾਂਡ ਤਾਂ ਲਿਖਦੇ ਆ, ਉਹਦੇ ਨੀਚੇ ਬਰੈਕਟਮਾ ਸੋਲਟ ਵੀ ਲਿਖਣ ਲੱਗ ਗਏ। ਕੁਝ ਵੱਡੇ ਹਸਪੀਟਲਾਂ ਨੇ ਕੰਮ ਸਟਾਰਟ ਕੀਤਾ ਹੈ, ਉਹ ਵੀ ਅੱਛੀ ਗੱਲ ਹੈ। ਪਰ ਕਿਤੇ ਨਾ ਕਿਤੇ ਆ ਕੇ ਆਪਣੇ ਸਿਸਟਮ ਥੋੜੀ ਕਮੀ ਹੈ, ਕੁਝ ਲੋਕਾਂ 'ਚ ਕਮੀ ਹੈ, ਉਹ ਪੂਰਾ ਹੁੰਦੇ ਟਾਈਮ ਲੱਗੇਗਾ। ਤਾਂ ਹੁਣ ਤੁਸੀਂ ਆਮ ਜਿਹੜੀ ਪਬਲਿਕ ਹੈ ਉਹ ਬਹੁਤ ਹੁੰਦੀ ਕਿ ਸਰਕਾਰੀ ਦੁਕਾਨ ਹੈ, ਆਪਣੀ ਦਵਾਈ ਜਿਹੜੀ ਆ 80% ਛੂਟ ਮਿਲ ਰਹੀ ਹੈ, ਇਹ ਸਹੀ ਹੋਏਗੀ ਨਹੀਂ ਹੋਏਗੀ? ਤਾਂ ਆਉਣ ਵਾਲੀ ਪਬਲਿਕ ਨੂੰ, ਜਨਰੇਸ਼ਨ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਦੇਖੋ ਇੱਕ ਗੱਲ ਤਾਂ ਜ਼ਰੂਰੀ ਹੈ, ਇਹ ਸਰਕਾਰੀ ਦੁਕਾਨ ਹੈ, ਲੋਕਾਂ ਦੇ ਦਿਮਾਗ ਦੇ ਵਿੱਚੋਂ ਕੱਢੀਏ। ਇਹ ਦਵਾਈ ਫ੍ਰੀ ਤਾਂ ਨਹੀਂ ਦੇ ਰਹੇ। ਇਸ ਦੁਕਾਨ ਤੋਂ, ਇਸ ਜਨ ਔਸ਼ਧੀ ਕੇਂਦਰ ਤੋਂ 6 ਤੋਂ 7 ਪਰਿਵਾਰ ਪਲ ਰਹੇ ਨੇ ਸਾਡੇ ਪਰਿਵਾਰ। ਸਾਡਾ ਕੋਈ ਹੋਰ ਕੰਮ ਨਹੀਂ ਹੈ, ਸਾਡਾ ਗੁਜ਼ਾਰਾ ਇਸੀ ਤੋਂ ਹੋ ਰਿਹਾ ਹੈ, ਠੀਕ ਹੈ। ਸਾਨੂੰ ਵੀ ਸਰਕਾਰ ਕੁਛ ਦੇ ਰਹੀ ਹੈ, ਜਨਤਾ ਤੋਂ ਵੀ ਪੈਸੇ ਲੈ ਰਹੀ ਹੈ, ਉਹਨਾਂ ਨੂੰ ਦਵਾਈ ਫ੍ਰੀ ਨਹੀਂ ਦੇ ਰਹੀ। ਇਸ ਦਵਾਈ ਦਾ ਜੋ ਸਰਕਾਰ ਦੇ ਰਹੀ ਹੈ ਐਕਚੁਅਲ ਰੇਟ ਇਹੀ ਹੈ, ਉਹ ਸਾਡਾ ਪਲੱਸ ਸਾਡਾ ਖਰਚਾ ਵੀ ਕੱਢ ਰਹੇ ਨੇ ਇਸ ਵਿੱਚ। ਇਹ ਨਹੀਂ ਹੈ ਅਸੀਂ ਕੁਝ ਸਮਾਜ ਸੇਵਾ ਕਰ ਰਹੇ, ਸਾਡਾ ਖਰਚਾ ਹੈ, ਪਰ ਜੈਨੂਨ ਮਾਰਜਨ ਲੈ ਕੇ, ਗਰੀਬਮਾਰੀ ਨਾ ਕਰਦੇ ਹੋਏ ਦੇਖ ਕੇ ਵੀ ਇਹ ਦਵਾਈ ਜਨਤਾ ਤੱਕ ਪ੍ਰੋਵਾਈਡ ਕੀਤੀ ਜਾ ਰਹੀ ਹੈ। ਇਹਦੇ ਵਿੱਚੋਂ ਸਭ ਕੁਝ ਕੱਢਤਾ ਗੌਰਮੈਂਟ ਨੇ, ਸਿੱਧੀ ਜਿਹੜੀ ਇਹਦੀ ਉਹ ਹੈ ਵਿੱਚੋਂ ਕਮਿਸ਼ਨਾਂ ਖਤਮ, ਇਹ ਖਤਮ, ਉਹ ਖਤਮ ਕਰਕੇ ਜੋ ਇਹਦਾ ਸਹੀ ਮੈਡੀਸਨ ਪ੍ਰਾਈਸ ਹੈ ਉਹ ਲੋਕਾਂ ਨੂੰ ਮਿਲ ਰਿਹਾ। ਤਾਂ ਕੀ ਕਾਰਨ ਕੀ ਹੈ ਕਿ ਜਿਹੜੀ ਇਹ ਸਸਤੀ ਕਿਉਂ ਹੈ ਮੈਡੀਸਨ? ਇਸ 'ਤੇ ਕੀ ਟੈਕਸ ਨਹੀਂ ਲੱਗਦਾ ਜਾਂ ਡਾਇਰੈਕਟ ਆਉਂਦੀ ਹੈ ਇਹ? ਤਾਂ ਕਿਉਂ ਸਸਤੀ ਹੈ ਇਹ? ਮਤਲਬ ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਵਹਿਮ ਭਰਿਆ ਹੋਇਆ ਕਿ ਨਹੀਂ ਯਾਰ ਇਹ ਤਾਂ ਬਾਹਰ 200 ਦਾ ਪੱਤਾ ਹੈ, ਉੱਥੇ ਤਾਂ 15 ਰੁਪਏ ਦਾ ਮਿਲ ਰਿਹਾ ਹੈ ਜਾਂ ਉਹ 30 ਰੁਪਏ ਦਾ ਮਿਲ ਰਿਹਾ ਹੈ, ਤਾਂ ਕਾਰਨ ਕੀ ਹੈ? ਇਹਦਾ ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਦਾ ਵੀ ਇਹਦਾ ਕੋਈ ਕਾਰਨ ਨਹੀਂ ਹੈ। ਇਸ ਦਾ ਕਾਰਨ ਸਿਰਫ ਕਾਰਨ ਇੱਕੋ ਇੱਕ ਹੈ ਵੀ ਕੁਛ ਆਪਣੇ ਲੋਕ ਜਿਹੜੇ ਪੜ੍ਹੇ ਲਿਖੇ ਨਹੀਂ ਹੈ, ਉਹਨਾਂ ਨੂੰ ਕਿਤੇ ਨਾ ਕਿਤੇ ਡਾਕਟਰ ਡਰਾ ਦਿੰਦੇ ਆ। ਇੱਕ ਡਾਕਟਰ ਨੇ ਦੱਸਣਾ ਹੈ ਵੀ ਇਸ ਦਵਾਈ ਤੇ ਇਸ ਦਵਾਈ 'ਚ ਕੋਈ ਫਰਕ ਨਹੀਂ ਹੈ। ਜਦੋਂ ਡਾਕਟਰ ਨੇ ਕਹਿ ਦੇਣਾ ਵੀ ਯਾਰ ਜੇ ਖਾ ਲੈ ਜੇ ਠੀਕ ਹੋਏਗਾ, ਫਿਰ ਮੇਰੀ ਗਰੰਟੀ ਕੋਈ ਨਹੀਂ ਹੈ। ਜਦੋਂ ਮਤਲਬ ਕਿ ਡਾਕਟਰ ਦੀ ਜਿਹੜਾ ਉਹ ਮਿਸਗਾਈਡ ਕਰ ਰਹੇ ਨੇ, ਡਾਕਟਰ ਮਿਸਗਾਈਡ ਕਰਦੇ ਨੇ ਕਿਤੇ ਨਾ ਕਿਤੇ ਆ ਕੇ। ਇਹ ਨਹੀਂ ਹੈ ਵੀ ਸਾਰੇ ਡਾਕਟਰ ਖਰਾਬ ਹੈ, ਪਰ ਕਿਤੇ ਨਾ ਕਿਤੇ ਆ ਕੇ ਜੇ ਡਾਕਟਰ ਦੱਸਣ ਵੀ ਉਹੀ ਦਵਾਈ, ਦੇਖੋ ਡਾਕਟਰ ਸਾਡੇ ਕੋਲੋਂ ਮੈਕਸਿਮਮ ਰਜਿੰਦਰਾ ਹਸਪੀਟਲ ਇੰਪਲਾਈ ਡਾਕਟਰ ਸਾਡੇ ਤੋਂ ਦਵਾਈ ਲੈ ਕੇ ਜਾਂਦੇ ਨੇ। ਪਟਿਆਲੇ ਦੇ ਵਿੱਚ ਐਸੇ ਡਾਕਟਰ ਵੀ ਹੈ ਜਿਹੜੇ ਸਾਡੇ ਕੋਲੋਂ ਦਵਾਈ ਲੈ ਜਾ ਕੇ ਪੇਸ਼ੈਂਟਾਂ ਨੂੰ ਫ੍ਰੀ ਵੀ ਦਿੰਦੇ ਨੇ।
ਕੁਝ ਪੇਸ਼ੈਂਟਾਂ ਨੂੰ ਜਿਹੜੇ ਜ਼ਰੂਰਤਮੰਦ ਹੁੰਦੇ ਨੇ ਉਹਨਾਂ ਨੂੰ ਫ੍ਰੀ ਵੀ ਦਿੰਦੇ ਨੇ, ਕਿਉਂਕਿ ਦਵਾਈ ਦੀ ਕੋਸਟ ਬਹੁਤ ਘੱਟ ਹੈ। ਠੀਕ ਹੈ, ਮਤਲਬ ਇਹ ਨਹੀਂ ਹੈ ਵੀ ਸਾਰੇ ਡਾਕਟਰ ਮਾਰੇ ਆ, ਪਰ ਦਵਾਈ ਦਾ ਜਿਹੜਾ ਐਕਚੁਅਲ ਰੇਟ ਹੈ ਉਹ ਘੱਟ ਹੈ। ਮੈਂ ਤਾਂ ਤੁਹਾਨੂੰ ਕੁਝ ਉਹ ਨਹੀਂ ਕੀਤਾ। ਅੱਜ ਤੋਂ 10 ਸਾਲ ਪਹਿਲਾਂ ਸੱਤਵੇਂ ਜੈਤੇ ਦੇ ਵਿੱਚ ਅਮੀਰ ਖਾਨ ਨੇ ਇੱਕ ਦਵਾਈ ਦੀ ਗੱਲ ਉਹਨਾਂ ਨਾਲ ਕਰ ਰਹੇ ਸੀ। ਉਹ ਦਵਾਈ ਦਾ 2 ਰੁਪਏ ਰੇਟ ਸੀਗਾ, ਔਰ ਉਹ ਬਾਜ਼ਾਰ 'ਚ ਕਿੰਨੇ ਦੀ ਮਿਲਦੀ ਸੀਗੀ? ਮੇਰੇ ਖਿਆਲ 600 ਰੁਪਏ ਦੀ। 200 ਤੇ 600 ਮੈਂ ਕਿੰਨੇ, ਇਸ ਦੇ ਵਿੱਚ ਸਾਡੀ ਜਨ ਔਸ਼ਧੀ ਦੇ ਵਿੱਚ ਕੀ ਹੈ? ਇਹਦੇ ਵਿੱਚ ਸਾਰੇ ਖਰਚੇ ਇੰਕਲੂਡ ਹੈ, ਟੈਕਸ ਵੀ ਹੈ ਇਸ 'ਤੇ। ਇਹ ਨਹੀਂ ਹੈ ਵੀ ਟੈਕਸ ਫ੍ਰੀ ਹੈ, ਪਰ ਦਵਾਈਆਂ ਦਾ ਜੋ ਐਕਚੁਅਲ ਰੇਟ ਹੈ ਉਹੀ ਘੱਟ ਹੈ। ਜਦੋਂ ਇਹ ਬ੍ਰਾਂਡ ਬਣ ਜਾਂਦਾ ਹੈ, ਬ੍ਰਾਂਡ ਕੀ ਹੋ ਜਾਂਦਾ ਹੈ ਵੀ ਜਦੋਂ ਕਿਸੇ ਡਾਕਟਰ ਨੇ ਉਸ ਨੂੰ ਲਿਖਣਾ ਸਟਾਰਟ ਕਰਤਾ ਬ੍ਰਾਂਡ ਨੇਮ, ਉਹ ਬ੍ਰਾਂਡ ਬਣ ਗਿਆ। ਹੋਰ ਕੋਈ ਟੈਗ ਲੱਗਿਆ ਤਾਂ ਰੇਟ ਜਿਹੜਾ ਉਹ ਵੱਧ ਜਾਂਦਾ। ਵੱਧ ਗਿਆ, ਹੋਰ ਕੁਝ ਨਹੀਂ ਹੈ। ਬਿਲਕੁਲ ਸੇਮ ਦਵਾਈਆਂ, ਬਿਲਕੁਲ ਉਹੀ ਕੰਪਨੀਆਂ ਬਣਾ ਰਹੀਆਂ, ਉਵੇਂ ਲੈਬ ਟੈਸਟਿੰਗ ਹੁੰਦੀ ਹੈ, ਇਹਨਾਂ ਦੀ ਸਭ ਕੁਝ ਹੁੰਦਾ ਹੈ, ਕੋਈ ਐਸਾ ਉਹ ਨਹੀਂ ਹੈ। ਤਾਂ ਸਾਫ਼ ਤੌਰ ਤੇ ਇਹਨਾਂ ਦਾ ਇਹੀ ਕਹਿਣਾ ਹੈ ਕਿ ਜਨ ਔਸ਼ਧ ਤੇ ਜਿਹੜੀਆਂ ਦਵਾਈਆਂ ਮਿਲਦੀਆਂ ਨੇ ਉਹ ਸੇਮ ਦਵਾਈਆਂ ਨੇ ਜੋ ਬਾਹਰ ਮਿਲਦੀਆਂ ਨੇ ਉਹੀ ਨੇ। ਤਾਂ ਲੋਕਾਂ ਨੂੰ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈ। ਅਗਰ ਡਾਕਟਰ ਪਰਚੀ ਦਿੰਦੇ ਨੇ ਲਿਖ ਕੇ ਦਵਾਈ ਦੀ, ਤਾਂ ਇੱਕ ਵਾਰ ਉਹ ਜ਼ਰੂਰ ਜਿਹੜਾ ਇਹਨਾਂ ਦੀ ਦੁਕਾਨ ਤੇ ਆ ਕੇ ਚੈੱਕ ਕਰਵਾਉਣ। 90 ਤੋਂ ਲੈ ਕੇ 95% ਦਵਾਈਆਂ ਜਿਹੜੀਆਂ ਨੇ ਇਹਨਾਂ ਕੋਲ ਉਪਲਬਧ ਨੇ। ਹਾਂਜੀ ਸਰਦਾਰ ਸਾਹਿਬ, ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਨੈਬ ਸਿੰਘ ਹੈ, ਪਿੰਡ ਸੰਘਰੇੜੀ, ਸਾਬਕਾ ਸਰਪੰਚ। ਤੇ ਉਰੇ ਅਸੀਂ ਦਵਾਈ ਲੈਣ ਆਏ ਜੀ। ਤਾਂ ਸੰਘੇੜੀ ਤੋਂ ਸਪੈਸ਼ਲ ਤੁਸੀਂ ਉਰੇ ਜਿਹੜਾ ਪਟਿਆਲੇ ਦਵਾਈ ਲੈਣ ਆਉਂਦੇ ਹੋ? ਹਾਂਜੀ ਹਾਂ, ਸਪੈਸ਼ਲ ਦਵਾਈ ਲੈਣ ਆਏ ਜੀ। ਤਾਂ ਕੀ ਖਾਸ ਕਿਉਂ ਇੱਥੇ ਆਉਂਦੇ ਹੋ ਤੁਸੀਂ ਦਵਾਈ ਲੈਣ? ਜਿਹੜਾ ਉਰੇ ਇਹ ਮੋਦੀ ਸਾਹਿਬ ਨੇ ਕੀਤਾ ਬੜਾ ਚੰਗਾ ਕੰਮ ਕੀਤਾ ਜੀ। ਜਿਹੜਾ ਚੰਗਾ ਕੰਮ ਕੀਤਾ ਉਹਨੂੰ ਚੰਗਾ ਕਹਾਂਗੇ, ਜਿਹੜੇ ਮਾੜੇ ਕੰਮ ਨੇ ਉਹਨੂੰ ਮਾੜਾ ਕਹਾਂਗੇ। ਜਿਹੜਾ ਇਹ ਚੰਗਾ ਕੰਮ ਹੈ ਬਹੁਤ ਵਧੀਆ ਕੰਮ ਹੈ ਜੀ। ਜਿਹੜਾ ਡਿਸਕਾਊਂਟ ਦਿੰਦੇ ਨੇ 80% ਡਿਸਕਾਊਂਟ ਹੈ ਦਵਾਈਆਂ ਤੇ। ਇੰਨੀਆਂ ਮਹਿੰਗੀਆਂ ਦਵਾਈਆਂ ਨੇ, ਇਲਾਜ ਕਿ ਨਹੀਂ ਉਹ ਜਿਹੜੀ ਪਬਲਿਕ ਮਰ ਰਹੀ ਹੈ, ਜਿਹੜੀ ਆਮ ਪਬਲਿਕ ਹੈ ਉਹ ਇਲਾਜ ਕਿ ਨਹੀਂ ਉਹ ਮਰ ਰਹੀ ਹੈ। ਜਿਹੜਾ ਸਰਕਾਰਾਂ ਨੂੰ ਸੋਚਣਾ ਚਾਹੀਦਾ, ਐਜੂਕੇਸ਼ਨ ਤੇ ਇਲਾਜ ਦਾ ਤਾਂ ਕਮ ਸੇ ਕਮ ਕਰਨਾ ਚਾਹੀਦਾ ਨਾ। ਤਾਂ ਬਾਈ ਜੀ ਦਵਾਈ ਸੇਮ ਹੁੰਦੀ ਹੈ ਜਿਹੜੀ ਬਾਹਰ ਡਾਕਟਰ ਲਿਖ ਕੇ ਦਿੰਦਾ ਜਾਂ ਇਸ ਦੁਕਾਨ ਤੋਂ ਮਿਲਦੀ ਹੈ, ਦਵਾਈ ਸੇਮ ਹੁੰਦੀ ਹੈ? ਉਹ ਦਵਾਈ ਸੇਮ ਹੈ ਜੀ। ਜਿਹੜੀਆਂ ਦੂਜੀਆਂ ਕੰਪਨੀਆਂ ਨੂੰ ਆਪਦਾ ਮਾਰਕਾ ਲਾਉਂਦੀਆਂ ਨੇ, ਸਾਲਟ ਸੇਮ ਹੈ। ਇਹਨਾਂ ਦੇ ਉਹ ਸਾਲਟ ਮਿਲਦਾ ਹੈ, ਦੂਜੀਆਂ ਕੰਪਨੀਆਂ ਆਪਦਾ ਮਾਰਕਾ ਲਾ ਕੇ ਉਹ ਬ੍ਰਾਂਡ ਵੇਚਦੀਆਂ ਨੇ ਜੀ, ਬ੍ਰਾਂਡ ਵੇਚ ਕੇ ਮਹਿੰਗਾ ਵੇਚਦੀਆਂ ਨੇ। ਆਹ ਫਰਕ ਹੈ ਜੀ, ਹੋਰ ਕੋਈ ਫਰਕ ਨਹੀਂ। ਤਾਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ ਕਿ ਲੋਕ ਜਿਹੜੇ ਬਾਹਰ ਮਹਿੰਗੀਆਂ ਦਵਾਈਆਂ ਲੈਂਦੇ ਨੇ ਉਹਨਾਂ ਨੂੰ ਆਉਣਾ ਚਾਹੀਦਾ ਇਹਨਾਂ ਦੁਕਾਨਾਂ ਤੇ? ਜਿਹੜੇ ਲੋਕ ਬਾਹਰੋਂ ਹੁਣ ਵਿੱਚ ਇੰਨੇ ਗਰੀਬ ਲੋਕ ਹੈ ਜੋ ਲੈ ਨਹੀਂ ਸਕਦੇ, ਉਹ ਆਉਂਦੇ ਆ, ਉਹ ਲੈਣੀਆਂ ਚਾਹੀਦੀਆਂ ਨੇ ਜੀ ਦਵਾਈਆਂ। ਜਿਹੜਾ ਚੰਗਾ ਕੰਮ ਸਰਕਾਰ ਕਰਦੀ ਉਹਨੂੰ ਚੰਗਾ ਕਹਾਂਗੇ, ਜਿਹੜਾ ਮਾੜਾ ਕਰਦੇ ਆ ਮਾੜਾ ਕਰਦੀ ਆ। ਜਿਵੇਂ ਹੁਣ ਖੇਤੀ ਬਾਰੇ ਜਿਹੜੇ ਕਾਲੇ ਕਾਨੂੰਨ ਲੈ ਕੇ ਆਏ ਨੇ ਉਹ ਗਲਤ ਨੇ ਜੀ। ਜਿਹੜੇ ਕੰਮ ਕੀਤੇ ਨੇ ਚੰਗੇ ਕੀਤੇ ਨੇ ਮੋਦੀ ਸਾਹਿਬ ਨੇ, ਉਹਨੂੰ ਚੰਗਾ ਕਹਾਂਗੇ। ਜਿਹੜਾ ਕੰਮ ਚੰਗਾ ਉਹਨੂੰ ਚੰਗਾ ਕਹਾਂਗੇ। ਇਹ ਨਹੀਂ ਹੈਗਾ ਵੀ ਉਹਨਾਂ ਨੇ ਜਿਹੜਾ ਚੰਗਾ ਕੰਮ ਕੀਤਾ ਉਹਨੂੰ ਵੀ ਆਪਾਂ ਮਾੜਾ ਕਹੀ ਜਾਈਏ। ਹਾਂਜੀ ਬਾਈ ਜੀ, ਕੀ ਨਾਮ ਹੈ ਜੀ ਆਪਣਾ? ਗੁਰਸੇਵਕ ਸਿੰਘ ਜੀ। ਗੁਰਦੇਵ ਜੀ, ਤੁਸੀਂ ਵੀ ਅੱਜ ਦਵਾਈ ਜਿਹੜੀ ਇੱਥੋਂ ਲੈਣ ਆਏ ਹੋ, ਕੀ ਫਰਕ ਲੱਗਦਾ ਤੁਹਾਨੂੰ ਇੱਥੇ ਦੀ ਦਵਾਈਆਂ ਦੇ ਰੇਟ ਦੇ ਵਿੱਚ? ਹਾਂਜੀ ਸਰ, ਮੈਂ ਇੱਥੇ ਪਟਿਆਲਾ ਆਪਣੇ ਰਜਿੰਦਰਾ ਹਸਪੀਟਲ ਦੇ ਸਾਹਮਣੇ ਜਨ ਔਸ਼ਧੀ ਸਟੋਰ ਤੋਂ ਇੱਥੇ ਖੜ੍ਹੇ ਆਪਾਂ। ਇੱਥੋਂ ਦਵਾਈ ਲੈਣ ਆਏ ਹਾਂ ਵੀ ਇੱਥੇ ਜਿਹੜੀਆਂ ਦਵਾਈਆਂ ਨੇ ਇਹ ਬਹੁਤ ਸਸਤੇ ਰੇਟ 'ਤੇ ਮਿਲ ਜਾਂਦੀਆਂ ਨੇ, ਹੈ ਨਾ। ਵੀ ਇਹ ਜਨ ਔਸ਼ਧੀ ਸਟੋਰ ਦੇ ਉੱਤੇ ਇੱਥੇ 80% ਲੈਸ ਆ, ਹੈ ਨਾ। ਇੱਥੋਂ ਮੈਂ ਪਹਿਲਾਂ ਮੇਰੇ ਮੰਮੀ ਦੀ ਦਵਾਈ 1 ਮਹੀਨੇ ਦੀ ਲੈ ਕੇ ਜਾਂਦਾ ਹੁੰਦਾ ਸੀ 4000 ਰੁਪਏ ਦੀ। ਹੁਣ ਉਹ ਮੈਂ ਸਾਰੀ ਉਰੋਂ ਮਤਲਬ 300-350 ਰੁਪਏ ਦੀ ਦਵਾਈ ਮਿਲ ਜਾਂਦੀ ਆ। ਦਵਾਈ ਸੇਮ ਆ, ਹੈ ਨਾ। ਬਸ ਜਿਹੜੀ ਦੁਕਾਨ ਵਾਲੇ ਨੇ ਉਹ ਆਪਾਂ ਨੂੰ ਮਾਰਕਾ ਲਾ ਕੇ ਵੇਚ ਦਿੰਦੇ ਨੇ। ਜਿਹੜੀ ਆਪਣੀ ਇੱਥੇ ਸਾਲਟ ਸੇਮ ਆ ਉਹਦਾ। ਆਪਾਂ ਨੂੰ ਜਿਹੜੀ ਦਵਾਈ ਆ ਇਹ ਆਪਾਂ ਨੂੰ ਜਿਹੜੇ ਡਾਕਟਰ ਲਿਖਦਾ ਉਹਨੂੰ ਮਾਰਕਾ ਦੇਖ ਕੇ ਨਹੀਂ ਆਪਾਂ ਨੂੰ ਲੈਣੀ ਚਾਹੀਦੀ। ਉਹ ਦਵਾਈ ਦਾ ਸਾਲਟ ਦੇਖੋ, ਜਿਹੜੀ ਇਹ ਦਵਾਈ ਦਾ ਇਹਦਾ ਸਾਲਟ ਔਰ ਜਿਹੜੀ ਮਾਰਕਾ ਵਾਲੀ ਦਵਾਈ ਆ ਉਹਦਾ ਸਾਲਟ ਸੇਮ ਆ। ਆਪਣਾ ਸਾਲਟ ਦੇਖ ਕੇ ਦਵਾਈ ਲਓ, ਕਦੇ ਵੀ ਮਾਰਕਾ ਦੇਖ ਕੇ ਦਵਾਈ ਨਹੀਂ ਲੈਣੀ ਚਾਹੀਦੀ। ਜੋ ਡਾਕਟਰ ਲਿਖਦਾ, ਡਾਕਟਰ ਦੀ ਦਵਾਈ ਲਿਖੀ ਹੋਈ ਦਾ ਆਪਣਾ ਸਾਲਟ ਦੇਖੋ, ਜੋ ਸਾਲਟ ਲਿਖਿਆ ਹੋਇਆ ਦਾ ਸਾਲਟ ਇਹਦਾ ਸੇਮ ਆ। ਇਹ ਬਾਈ ਜੀ ਤੁਸੀਂ ਪਤਾ ਕਿਹੜਾ ਇਹ ਪਤਾ ਔਰ ਇਹ ਕਿੰਨਾ ਇਹਦਾ MRP ਹੈ? ਇਹਦਾ MRP 33 ਰੁਪਏ ਦਾ ਮਿਲ ਜਾਂਦਾ ਜੀ। ਇਹ ਮਾਰਕੀਟ 'ਚ ਕਿੰਨੇ ਦਾ ਹੈ? ਇਹ ਜੀ ਅਸੀਂ ਬਾਹਰੋਂ ਲੈਂਦੇ ਹੁੰਦੇ ਸੀ 170-80 ਰੁਪਏ ਦਾ ਪੈਂਦਾ ਸੀ ਸਾਨੂੰ। ਤਾਂ ਯਾਨੀ ਕਿ ਕੁੱਲ ਕਿੰਨੇ ਕੁ ਮਹੀਨੇ ਦੀ ਤੁਹਾਡੀ ਜਿਹੜੀ ਦਵਾਈ ਲੱਗ ਜਾਂਦੀ ਸੀਗੀ, ਤਾਂ ਹੁਣ ਉਹ ਕਿੰਨੇ ਦੀ ਮਿਲਦੀ ਹੈ? ਸਾਡੀ ਉਰੇ ਮੇਰੇ ਮੰਮੀ ਦੀ ਦਵਾਈ 100, ਹੁਣ ਜੀ ਉਰੋਂ ਅਸੀਂ 200, 200-250 ਜਾਂ 350 ਰੁਪਏ ਦੀ ਦਵਾਈ ਦੇ ਹਿਸਾਬ ਨਾਲ ਸਾਡੀ ਲੱਗ ਜਾਂਦੀ ਆ। ਪਹਿਲਾਂ ਮੇਰੀ ਮੰਮੀ ਦੀ ਦਵਾਈ 4000 ਰੁਪਏ ਦੀ ਆਉਂਦੀ ਸੀ, ਕਿਉਂਕਿ ਜੀ ਕਦੇ ਦਵਾਈ ਮਤਲਬ ਜਿਵੇਂ ਵੱਧ ਘੱਟ ਲਿਖ ਦਿੰਦਾ ਜਾਂ ਡਾਕਟਰ ਕੋਈ, ਹੈ ਨਾ, ਕੋਈ ਕਦੇ ਦਵਾਈ ਵੱਧ ਜਾਂਦੀ ਜਾਂ ਕਦੇ ਘੱਟ ਜਾਂਦੀ। ਉਸ ਹਿਸਾਬ ਨਾਲ ਮੈਂ ਇੱਕ ਅਪਰੋਕਸ ਤੁਹਾਨੂੰ ਦੱਸ ਰਿਹਾ ਵੀ ਜਿਹੜੀ 4000 ਰੁਪਏ ਦੀ ਦਵਾਈ ਆ ਉਹ ਤੁਹਾਨੂੰ ਉਰੇ 350 ਦੀ ਮਿਲ ਜੂਗੀ। ਤਾਂ ਲੋਕਾਂ ਨੂੰ ਬੜਾ ਵਹਿਮ ਹੁੰਦਾ ਹੈ ਕਿ ਇਹ ਜਿਹੜੇ ਸਟੋਰ ਖੁੱਲੇ ਹੋਏ ਨੇ ਇਹਨਾਂ ਦੀ ਦਵਾਈ ਦੇ ਵਿੱਚ ਫਰਕ ਹੈ। ਤਾਂ ਖੁਦ ਤੁਹਾਡਾ ਪਰਿਵਾਰ ਖਾ ਰਿਹਾ ਕਿ ਦਵਾਈ ਬਿਲਕੁਲ ਠੀਕ ਹੈ, ਉਵੇਂ ਹੀ ਅਸਰ ਕਰਦੀ ਹੈ? ਹਾਂਜੀ, ਉਹੀ ਅਸਰ ਕਰਦੀ ਆ। ਕੋਈ ਦਵਾਈ ਦੇ ਵਿੱਚ ਕੋਈ ਫਰਕ ਨਹੀਂ ਹੈਗਾ। ਸਾਲਟ ਆ, ਸਾਲਟ ਉਹੀ ਆ। ਬਸ ਗੱਲ ਇੰਨੀ ਗਾ ਵੀ ਇਹ ਦਵਾਈ ਸਰਕਾਰੀ ਜਨ ਔਸ਼ਧੀ ਸਟੋਰ ਤੋਂ ਆ ਗਈ, ਉਹ ਆਪਾਂ ਨੂੰ ਜਿਹੜੀ ਪ੍ਰਾਈਵੇਟ ਫਰਮਾਂ ਨੇ ਜਿਹੜੀਆਂ ਉਹ ਆਪਾਂ ਨੂੰ ਦਵਾਈ ਦਿੰਦੀਆਂ ਨੇ। ਤਾਂ ਦਵਾਈ ਦੇ ਵਿੱਚ ਕੋਈ ਫਰਕ ਨਹੀਂ ਹੈ? ਦਵਾਈ 'ਚ ਕੋਈ ਫਰਕ ਨਹੀਂ ਹੈਗਾ ਜੀ। ਤਾਂ ਜਿਹੜੇ ਲੋਕਾਂ ਨੂੰ ਨਹੀਂ ਪਤਾ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ? ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਲੋਕਾਂ ਨੂੰ ਅਵੇਅਰ ਹੋਣਾ ਚਾਹੀਦਾ ਹੈ, ਹੈ ਨਾ। ਜਿਹੜੇ ਆਪਣੇ ਪ੍ਰਾਈਵੇਟ ਕੰਪਨੀ ਦੇ ਉਹਨਾਂ ਦੀ ਲੁੱਟ ਤੋਂ ਬਚੋ।
ਹਾਂਜੀ ਬਾਈ ਜੀ, ਤੁਸੀਂ ਵੀ ਅੱਜ ਉਰੇ ਦਵਾਈ ਲੈਣ ਆਏ ਹੋ ਜਨ ਔਸ਼ਧ ਵਾਲਿਆਂ ਕੋਲੇ, ਤਾਂ ਤੁਹਾਨੂੰ ਕੀ ਫਰਕ ਲੱਗਦਾ ਜਿਹੜੀ ਆਮ ਦਵਾਈਆਂ ਬਾਹਰੋਂ ਮਾਰਕੀਟ 'ਚੋਂ ਮਿਲਦੀਆਂ ਨੇ ਤੇ ਉਰੋਂ ਕਿੰਨੀ ਕੁ ਸਸਤੀ ਜਿਹੜੀ ਹੈ ਉਹ ਦਵਾਈ ਮਿਲਦੀ ਹੈ? ਬਾਈ ਜੀ ਮੈਂ ਇੱਥੇ ਪਹਿਲਾਂ ਦੇਖ ਕੇ ਜਾਂਦਾ ਹੁੰਦਾ ਸੀਗਾ, ਮੈਨੂੰ ਐ ਸੀਗਾ ਵੀ ਕੱਲੀ ਰਜਿੰਦਰਾ ਦੀ ਪਰਚੀ ਦੇ ਦਵਾਈ ਦਿੰਦੇ ਨੇ ਇਹ, ਬਟ ਐ ਵੀ ਇਹ ਸਾਰੀਆਂ ਦਵਾਈਆਂ ਦਿੰਦੇ ਨੇ ਬਾਹਰੋਂ ਵੀ, ਜਿੱਥੋਂ ਵੀ ਆਪਾਂ ਕਿਤੋਂ ਵੀ ਦਵਾਈ ਲੈਂਦੇ ਆ ਇੱਥੋਂ ਲੈ ਸਕਦੇ ਆ ਆਪਾਂ ਦਵਾਈ। ਸਾਰੀਆਂ ਦਵਾਈਆਂ ਇਹਨਾਂ ਕੋਲੇ ਅਵੇਲੇਬਲ ਹੁੰਦੀਆਂ ਨੇ ਤੇ ਵੀ ਬਾਜ਼ਾਰ ਦੇ ਨਾਲੋਂ ਘੱਟੋ ਘੱਟ ਵੀ 70-80% ਫਰਕ ਪੈ ਜਾਂਦਾ ਦਵਾਈਆਂ ਦਾ। ਜੇ 100 ਰੁਪਏ ਦਾ ਬਾਹਰ ਪੱਤਾ ਹੈ ਤਾਂ ਇੱਥੇ 20-25 ਰੁਪਈਆਂ ਦਾ ਆਪਾਂ ਨੂੰ ਮਿਲ ਜਾਂਦਾ। ਤਾਂ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਡਾਕਟਰ ਵੱਲੋਂ ਜਿਹੜਾ ਨਾਮ ਲਿਖਿਆ ਜਾਂਦਾ ਕਿ ਸਾਲਟ ਦੀ ਬਹੁਤ ਪ੍ਰੋਬਲਮ ਆਉਂਦੀ ਹੈ, ਕਿ ਸਾਲਟ ਸੇਮ ਹੀ ਮਿਲਦਾ ਦੁਕਾਨਾਂ ਤੋਂ? ਹਾਂਜੀ ਬਾਈ ਜੀ 100% 90% ਸਾਲਟ ਸੇਮ ਮਿਲ ਜਾਂਦੇ ਨੇ, ਸੇਮ ਦਵਾਈਆਂ ਮਿਲ ਜਾਂਦੀਆਂ ਇਹਨਾਂ ਤੋਂ, ਸਾਰਾ ਵੀ ਸੇਮ ਇਹ ਪ੍ਰੋਪਰ ਵਧੀਆ ਤਰੀਕੇ ਨਾਲ ਦਿੰਦੇ ਆ ਦਵਾਈ। ਤਾਂ ਤੁਹਾਨੂੰ ਕੀ ਲੱਗਦਾ ਕਿ ਇਸ ਤਰ੍ਹਾਂ ਦੀਆਂ ਦੁਕਾਨਾਂ ਨੇ ਸਰਕਾਰਾਂ ਵੱਲੋਂ ਕਿੰਨੀਆਂ ਖੁੱਲ੍ਹਣੀਆਂ ਚਾਹੀਦੀਆਂ ਨੇ, ਵੱਧ ਤੋਂ ਵੱਧ ਖੁੱਲ੍ਹਣੀਆਂ ਚਾਹੀਦੀਆਂ ਕਿ ਨਹੀਂ? ਜੀ ਹਾਂ, ਸਰਕਾਰਾਂ ਨੂੰ ਚਾਹੀਦਾ ਵੀ ਇਹ ਜਿਹੀਆਂ ਦੁਕਾਨਾਂ ਇਹਨਾਂ ਨੂੰ ਖੋਲ੍ਹਣੀਆਂ ਚਾਹੀਦੀਆਂ ਨੇ, ਕਿਉਂਕਿ ਬਾਜ਼ਾਰ ਦੇ ਵਿੱਚ ਦਵਾਈਆਂ ਬਹੁਤ ਜ਼ਿਆਦਾ ਮਹਿੰਗੀਆਂ ਨੇ ਤੇ ਕੰਮ ਹੁਣ ਘੱਟ ਨੇ, ਲੋਕਾਂ ਕੋਲੇ ਆਮਦਨ ਇੰਨੀ ਹੈ ਨਹੀਂ ਗੀ, ਦਵਾਈਆਂ ਦੀ ਮਾਰ 'ਚ ਬਹੁਤ ਜ਼ਿਆਦਾ ਲੋਕ ਆ ਰਹੇ ਨੇ। ਵੀ ਸਰਕਾਰਾਂ ਨੂੰ ਚਾਹੀਦਾ ਵੀ ਇੰਨੀਆਂ ਵੀ ਜਿਵੇਂ ਸਸਤੀਆਂ ਦਵਾਈਆਂ ਇਹ ਦੇ ਰਹੇ ਨੇ ਵੀ ਇਦਾਂ ਦੀਆਂ ਇਹਨਾਂ ਨੂੰ ਹੋਰ ਸਟੋਰ ਬਹੁਤ ਖੋਲ੍ਹਣੇ ਚਾਹੀਦੇ ਨੇ ਹਰ ਇੱਕ ਸ਼ਹਿਰ ਦੇ ਵਿੱਚ। ਤਾਂ ਮਿਲ ਜਾਂਦੀ ਹੈ ਦਵਾਈ ਜਿਹੜੀ ਬਾਹਰ ਜਿਹੜੀ ਹੈ ਦਵਾਈ ਮਿਲਦੀ ਹੈ ਤਾਂ ਉਹ ਇਸ ਸਟੋਰ ਤੇ ਵੀ ਮਿਲ ਜਾਂਦੀ ਹੈ, ਕਿ ਇਸ ਤਰ੍ਹਾਂ ਨਹੀਂ ਹੈ ਕਿ ਬਾਹਰ ਜਿਹੜੀ ਦਵਾਈ ਹੈ ਉਹ ਬਾਹਰ ਵੀ ਮਿਲੂਗੀ ਕਿ ਇਹਨਾਂ ਕੋਲੋਂ ਨਹੀਂ ਮਿਲਦੀ, ਕਿ ਸਾਲਟ ਜਾਣੀ ਕਿ ਮਿਲ ਜਾਂਦਾ ਸੇਮ? ਜੀ ਸੇਮ ਸਾਰੀਆਂ ਦਵਾਈਆਂ ਲਗਭਗ ਮਿਲ ਜਾਂਦੀਆਂ ਨੇ, ਸਾਰੇ ਸਾਲਟ ਮਿਲ ਜਾਂਦੇ ਨੇ, ਸੇਮ ਸਾਲਟ ਮਿਲ ਜਾਂਦੇ ਨੇ, ਜੋ ਡਾਕਟਰ ਲਿਖ ਕੇ ਦਿੰਦੇ ਨੇ ਉਹੀ ਸੇਮ ਚੀਜ਼ ਦੇ ਦਿੰਦੇ ਨੇ, ਇਹ ਮਿਲ ਜਾਂਦੀ ਹੈ ਇਹਨਾਂ ਕੋਲੋਂ।